ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਨਟੀਟੀ ਪ੍ਰੀ ਪ੍ਰਾਇਮਰੀ ਦੀ ਤਿਆਰੀ ਤੁਸੀਂ ਕਰ ਰਹੇ ਹੋਵੋਗੇ। ਇਹ ਜਿਹੜਾ ਪੇਪਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ 27 ਤਰੀਕ ਨੂੰ ਹੋਣਾ, 27 ਜੂਨ ਨੂੰ ਜਿਹੜਾ ਪੇਪਰ ਡਿਸਾਈਡ ਕੀਤਾ ਗਿਆ ਗੌਰਮੈਂਟ ਦੇ ਵੱਲੋਂ। ਆਈ ਹੋਪ ਤੁਹਾਡੀ ਸਾਰਿਆਂ ਦੀ ਤਿਆਰੀ ਬਹੁਤ ਵਧੀਆ ਚੱਲਦੀ ਹੋਊਗੀ। ਆਪਾਂ ਇਸ ਲੈਕਚਰ ਦੇ ਵਿੱਚ ਜਿਹੜਾ ਕੀ ਹੈ ਇਹਦੇ ਵਿੱਚ ਮੋਸਟ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ। ਇਹ ਆਪਣੀ ਅੱਜ ਫਸਟ ਕਲਾਸ ਹੈ। ਆਉਣ ਵਾਲੇ ਲੈਕਚਰਸ ਜਿਹੜੇ ਤੁਹਾਨੂੰ ਸਾਰੇ ਆਪਦੀ ਜਿਹੜੀ ਪ੍ਰੈਪਰੇਸ਼ਨ ਦੇ ਨਾਲ ਜਿਹੜੀ ਜਿੰਨੇ ਵੀ ਇੰਪੋਰਟੈਂਟ ਲੈਕਚਰਸ ਹੋਣਗੇ, ਜਿੰਨੇ ਵੀ ਇੰਪੋਰਟੈਂਟ ਟੌਪਿਕਸ ਹੈ ਉਹਨਾਂ ਦੇ ਉੱਪਰ ਤੁਹਾਨੂੰ ਲੈਕਚਰਸ ਇਸ ਚੈਨਲ ਦੇ ਉੱਪਰ ਜ਼ਰੂਰ ਮਿਲਣਗੇ। ਤਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ, ਠੀਕ ਹੈ, ਤਾਂ ਕਿ ਜਿਹੜਾ ਕੀ ਆ ਜਿਹੜੇ ਲੈਕਚਰਸ ਹੋਣਗੇ ਅਪਕਮਿੰਗ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣ। ਔਰ ਨਾਲ ਹੀ ਬੈਲ ਆਈਕਨ ਦਾ ਜਿਹੜਾ ਕੀ ਆ ਔਨ ਕਰ ਲਓ, ਪ੍ਰੈਸ ਕਰ ਦਿਓ, ਠੀਕ ਹੈ ਜੀ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਪ੍ਰੀ ਪ੍ਰਾਇਮਰੀ ਦੀ ਜਿਹੜੀ ਪ੍ਰੈਪਰੇਸ਼ਨ ਦੇ ਵਿੱਚ ਇੱਕ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਕਿ ਕਾਫੀ ਇੰਪੋਰਟੈਂਟ ਟੌਪਿਕ ਹੈ। ਜੀਕੇ ਦੇ ਵਿੱਚ ਇਹ ਟੌਪਿਕ ਮੈਂਸ਼ਨਡ ਹੈ ਔਰ ਇਸ ਟੌਪਿਕ ਦੇ ਵਿੱਚੋਂ ਡੈਫੀਨੇਟਲੀ ਤੁਹਾਨੂੰ 1 ਨੰਬਰ ਜਿਹੜਾ ਕੀ ਹੈ ਇੱਕ ਕੁਐਸਚਨ ਆਉਣਾ ਹੀ ਆਉਣਾ ਹੈ। ਈਟੀਟੀ ਔਰ ਬੀਐਡ ਕੈਂਡੀਡੇਟਸ ਨੇ ਜਿਨ੍ਹਾਂ ਨੇ ਪੇਪਰ ਫਿਲ ਕੀਤਾ ਉਹ ਵੀ ਇਸ ਲੈਕਚਰ ਨੂੰ ਧਿਆਨ ਨਾਲ ਸੁਣੋ। ਇਸ ਲੈਕਚਰ ਦੀ PDF ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜੂਗੀ। ਤਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣਿਓ, ਤੁਹਾਡਾ 1 ਨੰਬਰ ਡੈਫੀਨੇਟਲੀ ਇਹਦੇ ਵਿੱਚੋਂ ਕਵਰ ਹੋਏਗਾ। ਤਾਂ ਆਪਾਂ ਇਸ ਲੈਕਚਰ ਦੇ ਵਿੱਚ ਕੀ ਕਰਨ ਜਾ ਰਹੇ ਹਾਂ, ਇਸ ਲੈਕਚਰ ਦੇ ਵਿੱਚ ਆਪਾਂ ਜੀਕੇ ਦੇ ਕਰੰਟ ਅਫੇਅਰਸ ਦੇ ਵਿੱਚੋਂ ਮਈ ਦੇ ਜਿਹੜੇ ਇੰਪੋਰਟੈਂਟ ਡੇਜ਼ ਹੈਗੇ ਆ ਇਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨਡ ਵੀ ਹੈ। ਤਾਂ ਐਨਟੀਟੀ ਦੇ ਸਿਲੇਬਸ ਦੇ ਵਿੱਚ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇੰਪੋਰਟੈਂਟ ਫੇਮਸ ਡੇਜ਼ ਲਿਖੇ ਹੋਏ ਆ। ਤਾਂ ਦੇਖੋ ਜਿਹੜੇ ਡੇਜ਼ ਆਪਾਂ ਕਵਰ ਕਰਨੇ ਆ ਉਹ ਲਾਸਟ ਆਪਾਂ 3 ਮੰਥਸ ਦੇ ਕਵਰ ਕਰਨੇ ਆ। ਲਾਸਟ 3 ਮੰਥਸ ਦੇ ਵਿੱਚ ਮਈ ਵੀ ਕਵਰ ਕਰਨਾ ਹੈ, ਜੂਨ ਦੇ ਵੀ ਕਵਰ ਕਰਨੇ ਆ ਔਰ ਨੈਕਸਟ ਜੁਲਾਈ ਪਲੱਸ ਅਗਸਤ ਦੇ, ਇਹ ਵਾਲੇ ਸਾਰੇ ਮੰਥਸ ਦੇ ਆਪਾਂ ਡੇਜ਼ ਕਵਰ ਕਰਨੇ ਆ। ਅੱਜ ਆਪਾਂ ਜਿਹੜੇ ਮਈ ਦੇ ਜਿਹੜੇ ਮੋਸਟ ਇੰਪੋਰਟੈਂਟ ਡੇਜ਼ ਦੇਖਣ ਜਾ ਰਹੇ ਹਾਂ, ਠੀਕ ਹੈ। 1 ਬਾਏ 1 ਤੁਹਾਨੂੰ ਇਸ ਚੈਨਲ ਦੇ ਉੱਪਰ ਸਾਰੇ ਜਿਹੜੇ ਲੈਕਚਰਸ ਵੀ ਮਿਲ ਜਾਣਗੇ, ਬਾਕੀ ਦੇ ਜਿਹੜੇ ਕਰੰਟ ਅਫੇਅਰਸ ਦੇ ਹੋਣਗੇ। ਤਾਂ ਪ੍ਰੈਪਰੇਸ਼ਨ ਕਰਨ ਦੇ ਨਾਲ ਤੁਹਾਨੂੰ ਸਾਡੇ ਨਾਲ ਕੀ ਹੈ ਜੁੜੇ ਰਹਿਣਾ ਚਾਹੀਦਾ। ਤਾਂ ਆਪਾਂ ਫਸਟ ਸਟਾਰਟ ਕਰਦੇ ਹਾਂ। ਹਾਂਜੀ, ਫਸਟ ਡੇ ਮਈ ਦਾ ਜਿਹੜਾ ਪਹਿਲਾ ਮਹੀਨਾ, ਮਈ ਦਾ ਜਿਹੜਾ ਪਹਿਲਾ ਡੇ ਹੈ ਜਿਹੜਾ 1 ਮਈ, ਇਸ ਡੇ ਨੂੰ ਆਪਾਂ ਕੀ ਕਹਿੰਦੇ ਆ ਇੰਟਰਨੈਸ਼ਨਲ ਲੇਬਰ ਡੇ ਦੇ ਤੌਰ 'ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਠੀਕ ਹੈ। ਸਿੰਪਲ ਹੀ ਹੈ। ਦੇਖੋ ਡੇਜ਼ ਜਦੋਂ ਕੁਐਸਚਨ ਆਉਂਦਾ ਤਾਂ ਇੱਕ ਤਾਂ ਇਹ ਪੁੱਛਿਆ ਜਾਂਦਾ ਵੀ ਇਹ ਵਾਲਾ ਦਿਨ ਕਿਹੜੀ ਡੇਟ ਨੂੰ ਮਨਾਇਆ ਜਾਂਦਾ, ਇੱਕ ਤਾਂ ਡੇਟ ਪੁੱਛੀ ਜਾਊਗੀ, ਪਲੱਸ ਜਿਹੜਾ ਉਸ ਸਾਲ ਦੇ ਵਿੱਚ ਉਹ ਡੇ ਸੈਲੀਬ੍ਰੇਟ ਕੀਤਾ ਗਿਆ ਉਹਦਾ ਥੀਮ ਪੁੱਛਿਆ ਜਾਂਦਾ ਕਿ ਇਸ ਸਾਲ ਦਾ ਥੀਮ ਕੀ ਸੀ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਦੋਨੋਂ ਹੀ ਚੀਜ਼ਾਂ ਕਵਰ ਕਰਕੇ ਚੱਲ ਰਹੇ ਹਾਂ। ਜਿਹੜੇ ਡੇਜ਼ ਦੇ ਥੀਮ ਹੋਣਗੇ ਉਹ ਨਾਲ ਲਿਖੇ ਹੋਏ ਆ, ਜਿਹੜੇ ਡੇਜ਼ ਦੇ ਥੀਮ ਨਹੀਂ ਹੈਗੇ ਉਹ ਆਪਾਂ ਨਾਲ ਨਹੀਂ ਲਿਖੇ ਹੋਏ, ਠੀਕ ਹੈ ਜੀ। ਤਾਂ ਫਸਟ ਇੰਟਰਨੈਸ਼ਨਲ ਲੇਬਰ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਆਪਾਂ ਨੂੰ ਪਤਾ ਹੈ 1 ਮਈ ਨੂੰ। ਇਸੇ ਦਿਨ ਹੀ 2 ਡੇ ਹੋਰ ਸੈਲੀਬ੍ਰੇਟ ਕੀਤੇ ਜਾਂਦੇ ਆ, ਮਹਾਰਾਸ਼ਟਰ ਡੇ ਐਂਡ ਗੁਜਰਾਤ ਡੇ। ਮਹਾਰਾਸ਼ਟਰ ਐਂਡ ਗੁਜਰਾਤ ਡੇ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ ਹੈ? ਕਿਉਂਕਿ ਇਸ ਦਿਨ 1960 ਦੇ ਵਿੱਚ, ਇਹ ਵੀ ਇਨਫੋਰਮੇਸ਼ਨ ਯਾਦ ਰੱਖਣੀ ਹੈ, 1960 ਦੇ ਵਿੱਚ ਬੰਬੇ ਸਟੇਟ ਨੂੰ ਡਿਵਾਈਡ ਕੀਤਾ ਗਿਆ ਸੀ ਲੈਂਗੁਏਜ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ। ਤਾਂ 2 ਸਟੇਟਸ ਬਣਾਈਆਂ ਗਈਆਂ ਸੀ ਇੰਡੀਆ ਦੀਆਂ, ਕਿਹੜੀਆਂ? ਮਹਾਰਾਸ਼ਟਰ ਐਂਡ ਗੁਜਰਾਤ, ਠੀਕ। ਨੈਕਸਟ 3 ਮਈ ਨੂੰ ਕਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ? ਪ੍ਰੈਸ ਫਰੀਡਮ ਡੇ, ਪ੍ਰੈਸ ਫਰੀਡਮ ਡੇ। ਤਾਂ ਇਸ 3 ਮਈ ਨੂੰ ਜਿਹੜਾ ਡੇ ਸੈਲੀਬ੍ਰੇਟ ਕੀਤਾ ਗਿਆ ਇਸ ਵਾਰੀ 2021 ਦਾ, ਤਾਂ ਇਹਦਾ ਥੀਮ ਕੀ ਸੀ? ਇਨਫੋਰਮੇਸ਼ਨ ਐਜ਼ ਅ ਪਬਲਿਕ ਗੁੱਡ। ਇਨਫੋਰਮੇਸ਼ਨ, ਕਿਉਂਕਿ ਮੀਡੀਆ ਵਾਲੇ ਆਪਾਂ ਨੂੰ ਕੀ ਦਿੰਦੇ ਆ? ਇਨਫੋਰਮੇਸ਼ਨ ਦਿੰਦੇ ਆ। ਤਾਂ ਇਨਫੋਰਮੇਸ਼ਨ ਐਜ਼ ਅ ਪਬਲਿਕ ਗੁੱਡ ਇਹਦਾ ਕੀ ਹੋ ਗਿਆ? ਥੀਮ ਹੋ ਗਿਆ, ਠੀਕ ਹੈ ਜੀ। ਇਹਨੂੰ ਯਾਦ ਰੱਖਣ ਦੀ ਟ੍ਰਿਕ ਕੀ ਹੈ? ਦੇਖੋ ਤੁਸੀਂ ਟ੍ਰਿਕ ਕਿਵੇਂ ਬਣਾਉਣੀ ਹੈ, ਤੁਸੀਂ ਟ੍ਰਿਕ ਉਸ ਬੇਸ 'ਤੇ ਬਣਾਉਣੀ ਹੈ ਜੋ ਵਰਡ ਤੁਹਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਸਟਰਾਈਕ ਹੁੰਦਾ ਹੈ, ਜੋ ਵੀ ਉਸ ਚੀਜ਼ ਨੂੰ ਸੁਣ ਕੇ ਤੁਹਾਡੇ ਆਪਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਸਟਰਾਈਕ ਹੋਵੇ, ਉੱਥੋਂ ਤੁਹਾਡੀ ਟ੍ਰਿਕ ਬਣ ਜੂਗੀ। ਜਿਵੇਂ ਤੁਸੀਂ ਪੋਲਿਟੀ ਪੜ੍ਹੀ ਹੋਈ ਹੈ, ਇੱਥੇ ਆਪਾਂ ਛੋਟੀ ਜਿਹੀ ਟ੍ਰਿਕ ਬਣਾਉਂਦੇ ਹਾਂ। ਪੋਲਿਟੀ ਪੜ੍ਹੀ ਹੋਈ ਹੈ, ਪੋਲਿਟੀ ਦੇ ਵਿੱਚ 3rd ਪਾਰਟ ਡਿਸਕਸ ਕੀਤਾ ਹੋਇਆ, ਪਾਰਟ ਨੰਬਰ 3,
देखो नाल इहदे नाल एडिशनल इन्फॉर्मेशन भी तुहानूं मिल रही है पेपर दे रिलेटिड ही। देखो आपां ओहो जिहियां ट्रिक्स बनाणियां जिहड़ियां आपां नूं अग्गे काम भी आण पेपर दे विच। तां पार्ट नंबर 3 किहदे नाल रिलेटिड है, इहदे जिन्हां नूं नहीं पता हुंदा रिकॉल हो जाऊगा। तां पार्ट नंबर 3 जिहड़ा हैगा ओह फंडामेंटल राइट्स दे नाल रिलेटिड है। मतलब पार्ट नंबर 3 दे विच की दिता है, अपने फंडामेंटल राइट्स ते फ्रीडम, प्रैस दी फ्रीडम चाहिदी है। ये भी अपना की है, एक फंडामेंटल राइट ही होया है ना। तो प्रैस की फ्रीडम भी मैंशन की हुई है पार्ट नंबर 3 से। तो 3 तो की आया 3rd ऑफ मे आ गया। जो 3rd ऑफ मे आएगा इनका मतलब अपने को ट्रिक बन गई। तो 3 मई को प्रैस फ्रीडम डे आप सैलीब्रेट करते हैं। ठीक, नैक्सट 4 मई को किहड़ा डे सैलीब्रेट किया जाता है, वर्ल्ड अस्थमा डे। एक्चुअली ये 4 मई को नहीं किया जाता, ये मई के महीने के विच जिहड़ा पहला मंगलवार आऊगा 1st ऑफ ट्यूसडे, ठीक है। तो उदों ये सैलीब्रेट किया जाता है। इनका जिहड़ा थीम सी, इनका थीम की है, अनकवरिंग अस्थमा मिसकनसैप्शनस, ठीक है जी। तो इनका जिहड़ा थीम भी याद रखना है। अस्थमा पता है एक साह की बीमारी हैगी है। हाँ जी, नैक्सट 7th ऑफ मे। 7th ऑफ मे इस दिन किहड़ा डे सैलीब्रेट किया जाता है, वर्ल्ड एथलैटिक्स डे। वर्ल्ड एथलैटिक्स डे, ठीक है जी, 7th मे नूं। याद किवें रखना है, हुण इहदी ट्रिक की है गया, 7 आ गया, 7 तो की याद रखियो, साथ, साथ याद आ गया। जे साथ आ गया, एथलैटिक्स, एथलीट की करते हैं, भजते हैं। तो किवें भजते हैं, वो नाल नाल भजते हैं, मतलब नाल नाल मतलब साथ साथ भजते हैं, हम साथ साथ हैं, इस तरह याद रख लो। तो उत्थों याद रह जाऊगा आपां नूं वर्ल्ड एथलैटिक्स डे। नैक्सट 8 मई नूं काफ़ी इंपोर्टेंट है, इनू स्टार मार्क लगा लो, इनकी जी पॉसिबिलिटी है वो ज़्यादा हैगी है पेपर दे विच आउण दी। और इहदे विचों भी जिहड़े 2 इंपोर्टेंट है डे हैगे आ, वो भी 8 मई नूं 2 इंपोर्टेंट डे सैलीब्रेट किए जाते हैं। वर्ल्ड रैड क्रॉस डे, रैड क्रॉस डे एंड वर्ल्ड माइग्रेटरी बर्ड डे। वर्ल्ड रैड क्रॉस डे एंड वर्ल्ड माइग्रेटरी बर्ड डे। पहला आपां ये डिस्कस करते हैं रैड क्रॉस डे जिहड़ा हैगा। रैड क्रॉस डे अपन पता है एक बेसिकली ऑर्गेनाइजेशन है रैड क्रॉस। किन्ने बनाई सी ये जिहड़ी रैड क्रॉस ऑर्गेनाइजेशन है, एक्चुअली जिहड़ा फाउंडर है रैड क्रॉस का नाम की आंदा, हैनरी डुनेंट। इत्थे लिखिया होया तुसीं देख लो। देखो पेपर दे विच आपां कोई स्पैलिंग नहीं लिखने, उत्थे अपने कोल 4 ऑप्शनस होणगियां, MCQs दिता होगा, आपां जस्ट टिक करना है। तो अपने को आइडिया होना चाहिए भी एक परसन की या किस चीज़ की गल हो रही है। तो हैनरी डुनेंट जिहड़ा परसन सी वो फाउंडर सी किंदा, रैड क्रॉस डे का, ठीक है। इहदा जिहड़ा थीम है, थीम की सी, अनस्टॉपेबल, ठीक है। थीम भी याद रखना है, इस बारी जिहड़ा सैलीब्रेट किया गया वर्ल्ड रैड क्रॉस डे। नैक्सट माइग्रेटरी बर्ड डे। वर्ल्ड माइग्रेटरी, माइग्रेटरी का मतलब की हुंदा है प्रवासी पंछी। तो उन्हां दे नाल रिलेटिड डे जिहड़ा होगा वो किहड़ा है, वर्ल्ड माइग्रेटरी डे। थीम की सी इहदा, बर्ड्स की करते हैं, सिंग करते हैं, फ्लाई करते हैं, सोअर लाइक अ बर्ड। सिंग, फ्लाई एंड सोअर लाइक अ बर्ड। तो इहदा जिहड़ा थीम हो गया। नैक्सट अच्छा एक डे जिहड़ा रह गया अपने कोल, इस तरह याद रख लियो। देखो इनू किवें याद रखना है, इस डे नू किवें याद रखना है, आपां क्रॉस किवें लिखते हैं, याद करने की ट्रिक की है। 8 मई नू किहड़ा डे हुंदा है, क्रॉस नू आपां इस तरह लिखते हैं, क्रॉस लिख लिया, लो जी। इनू आपां की बना लीए, 8 बना लीए, 8 बन गया। तो आपां नू की याद रह जाऊगा, 8 मई नू डे किहड़ा होया, रैड क्रॉस डे। एक याद हो गया। हुण देखो रैड क्रॉस, क्रॉस की आ गया, बर्ड की करते हैं, वो आपां नू क्रॉस करके जा रहे हैं, जिहड़े प्रवासी पंछी होणगे वो क्रॉस करके जा रहे हैं। तो नाल इहदे नाल दूजी ट्रिक भी, दूजा डे भी याद हो गया ट्रिक दे नाल। नैक्सट इहदे विच ही 8 मई नू एक होर डे सैलीब्रेट किया जाता है। किहड़ा डे 8 मई नू, वर्ल्ड थैलेमीसिया डे। एक्चुअली ये डे जिहड़ा डे है ये जिन्हों ब्लड जिन्हों की बॉडी दे विच नहीं बनता ना, तो उन्होंने बोलते हैं, ये डिजीज़ का नाम है थैलेसीमिया डे। इनका जिहड़ा थीम्स की सी, एड्रैसिंग हैल्थ इनइक्वैलिटीज़ अक्रॉस द ग्लोबल थैलेसीमिया कम्यूनिटी। तो जिन्हों के जिहड़ा ब्लड नहीं बनता उन्होंने दे नाल रिलेटिड है। हुण देखो इहदे नाल भी ट्रिक जुड़ गई, रैड आ गया, रैड की हुंदा है, ब्लड हुंदा है। तो ब्लड के नाल रिलेटिड डिजीज़ किहड़ी है, थैलेसीमिया, ठीक है। तीनों डे याद हो गए 8 मई नू। नैक्सट नैशनल टैक्नोलॉजी डे।
ਟੈਕਨੋਲੋਜੀ ਡੇ ਇਹ ਕੀ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਬੇਸਿਕਲੀ ਇਹਦਾ ਜਿਹੜਾ ਥੀਮ ਸੀ ਉਹ ਕੀ ਸੀ ਸਾਇੰਸ ਐਂਡ ਟੈਕਨੋਲੋਜੀ ਫॉर ए ਸਸਟੇਨੇਬਲ ਫਿਊਚਰ ਸਾਇੰਸ ਐਂਡ ਟੈਕਨੋਲੋਜੀ ਫॉर ए ਸਸਟੇਨੇਬਲ ਫਿਊਚਰ ਇਹ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਇਸ ਦਿਨ ਨਾ ਆਪਣਾ ਜਿਹੜਾ ਇੱਕ ਮਿਸ਼ਨ ਸੀ ਮਿਸ਼ਨ ਕਿਹੜਾ ਸੀ ਇਹਨੂੰ ਕਹਿ ਦਿੰਦੇ ਆਪਾਂ ਸ਼ਕਤੀ ਐਕਚੁਅਲੀ ਮਿਸ਼ਨ ਦਾ ਨਾਮ ਨਹੀਂ ਇਹ ਸ਼ਕਤੀ 1 ਜਿਹੜਾ ਕਿ ਇੱਕ ਨਿਊਕਲੀਅਰ ਮਿਜ਼ਾਈਲ ਸੀ ਜਿਹੜੀ ਇੰਡੀਆ ਨੇ ਬਣਾਈ ਸੀ ਇਹਨੂੰ ਟੈਸਟ ਫਾਇਰ ਕੀਤਾ ਸੀ ਪੋਖਰਨ ਦੇ ਵਿੱਚ ਪੋਖਰਨ ਕਿੱਥੇ ਹੈ ਰਾਜਸਥਾਨ ਦੇ ਵਿੱਚ ਇਹਨੂੰ ਟੈਸਟ ਫਾਇਰ ਕੀਤਾ ਗਿਆ ਸੀ ਠੀਕ ਹੈ ਤਾਂ ਜਦੋਂ ਇਹਨੂੰ ਟੈਸਟ ਫਾਇਰ ਕੀਤਾ ਗਿਆ ਸੀ ਤਾਂ ਇਹ ਆਪਣਾ ਸਕਸੈਸਫੁਲ ਹੋਇਆ ਸੀ ਹੁਣ ਇਹਨੂੰ ਯਾਦ ਕਿਵੇਂ ਰੱਖਣਾ ਹੈ ਇਹਨੂੰ ਯਾਦ ਕਰਨ ਦੀ ਟ੍ਰਿਕ ਕੀ ਹੈ 11 ਮਈ ਹੈ 11 ਲਿਖਾਂਗੇ ਇਸ ਤਰ੍ਹਾਂ ਦੇਖੋ ਜੇਕਰ ਆਪਾਂ ਮਿਜ਼ਾਈਲ ਬਣਾਉਣੀ ਹੋਊਗੀ ਤਾਂ ਆਪਾਂ ਇਸ ਤਰ੍ਹਾਂ ਬਣਾਵਾਂਗੇ ਮਿਜ਼ਾਈਲ ਆ ਮਿਜ਼ਾਈਲ ਬਣ ਗਈ ਔਰ ਨੀਚੇ ਦਾ ਕੀ ਬਣ ਗਿਆ ਜਿਹੜਾ ਬਾਹਰ ਨਿਕਲਦੀ ਹੈ ਫਾਇਰ ਤਾਂ ਇਹ ਮਿਜ਼ਾਈਲ ਜਾ ਰਹੀ ਹੈ 11 ਤੋਂ ਕੀ ਬਣਾ ਲਈ ਆਪਾਂ ਮਿਜ਼ਾਈਲ ਬਣਾ ਲਈ ਠੀਕ ਹੈ ਜੀ ਨੈਕਸਟ ਹਾਂਜੀ 12th of May ਕਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਇੰਟਰਨੈਸ਼ਨਲ ਨਰਸਿਸ ਡੇ ਇਹਨੂੰ ਕਿਵੇਂ ਯਾਦ ਰੱਖਣਾ ਹੈ ਤੁਸੀਂ ਹੁਣ ਦੇਖੋ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ ਨਾ ਤਾਂ ਜਿਹੜੀਆਂ ਨਰਸਿਸ ਹੈ ਬੇਸਿਕਲੀ ਜਿਹੜੇ ਡਾਕਟਰ ਹੈ ਇਹਨਾਂ ਨੂੰ ਕੀ ਹੈ 12 ਘੰਟੇ ਡਿਊਟੀ ਕਰਨੀ ਪੈਂਦੀ ਹੈ 12 ਘੰਟੇ ਡਿਊਟੀ ਕਰਨੀ ਪੈਂਦੀ ਹੈ ਉੱਥੋਂ ਯਾਦ ਆ ਜਾਊਗਾ 12 ਯਾਦ ਆ ਗਿਆ ਇੰਟਰਨੈਸ਼ਨਲ ਨਰਸਿਸ ਡੇ ਹੁਣ ਇਹਦਾ ਜਿਹੜਾ ਥੀਮ ਸੀ ਕਾਫੀ ਇੰਪੋਰਟੈਂਟ ਹੈ ਪੁੱਛਿਆ ਜਾ ਸਕਦਾ ਕਿਉਂਕਿ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਇਹੋ ਜਿਹੇ ਜਿਹੜੇ ਕੁਐਸਚਨ ਪੁੱਛਣ ਦੇ ਚਾਂਸਿਸ ਜ਼ਿਆਦਾ ਹੈਗੇ ਆ ਨਰਸਿਸ ਅ ਵੋਇਸ ਟੂ ਲੀਡ ਅ ਵਿਜ਼ਨ ਫॉर ਫਿਊਚਰ ਹੈਲਥ ਕੇਅਰ ਇਸ ਦਿਨ ਕੀ ਹੁੰਦਾ ਬਰਥ ਐਨਵਰਸਰੀ ਹੁੰਦੀ ਹੈ ਐਕਚੁਅਲੀ ਉਸ ਲੇਡੀ ਦੀ ਜਿਹੜੀ ਬਰਥ ਐਨਵਰਸਰੀ ਹੈ ਜਿਨ੍ਹਾਂ ਨੇ ਮੋਡਰਨ ਨਰਸਿੰਗ ਦੀ ਖੋਜ ਕੀਤੀ ਸੀ ਫਾਊਂਡਰ ਸੀ ਨਾਮ ਕੀ ਹੈ ਲੇਡੀ ਦਾ ਫਲੋਰੈਂਸ ਨਾਈਟਿੰਗੇਲ ਠੀਕ ਹੈ ਜੀ ਫਲੋਰੈਂਸ ਨਾਈਟਿੰਗੇਲ ਇਸ ਲੇਡੀ ਦਾ ਨਾਮ ਹੈ ਜਿਨ੍ਹਾਂ ਨੇ ਮੋਡਰਨ ਨਰਸਿੰਗ ਦੀ ਫਾਊਂਡੇਸ਼ਨ ਕੀਤੀ ਸੀ ਤਾਂ ਉਹਨਾਂ ਦੀ ਬਰਥ ਐਨਵਰਸਰੀ ਦੇ ਤੌਰ 'ਤੇ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ ਯਾਦ ਹੋ ਗਿਆ 12 ਤੋਂ 12 ਘੰਟੇ ਨਰਸਿਸ ਨੈਕਸਟ 15 ਮਈ ਨੂੰ ਜਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹ ਕੀ ਹੈ ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਕਾਫੀ ਇੰਪੋਰਟੈਂਟ ਹੈ ਇਹ ਵੀ ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਇਹਨੂੰ ਕਿਵੇਂ ਯਾਦ ਰੱਖਣਾ ਹਾਂਜੀ ਇਹਨੂੰ ਕਿਵੇਂ ਯਾਦ ਰੱਖੋਗੇ ਦੇਖੋ ਅਗਰ ਮੈਂ ਦੋਨਾਂ ਦਾ ਪਲੱਸ ਕਰਾਂ 1 ਔਰ F ਜਾਂ ਇਸ ਤਰ੍ਹਾਂ ਕਰ ਲਓ ਸੌਰੀ 1 ਔਰ 5 ਹੈ ਨਾ ਇਹਨੂੰ ਇਸ ਤਰ੍ਹਾਂ ਯਾਦ ਰੱਖੋ ਕਿ ਅਗਰ ਮੈਂ ਦੋਨਾਂ ਦਾ ਪਲੱਸ ਕਰਾਂ ਤਾਂ ਕੀ ਬਣੂਗਾ ਨੰਬਰ 6 ਬਣ ਜਾਊਗਾ 1 + 5 ਕੀ ਬਣਿਆ ਨੰਬਰ 6 ਬਣਿਆ ਅਗਰ ਆਪਾਂ ABC ਦਾ ਲੈਟਰ ਕਾਊਂਟ ਕਰਾਂਗੇ ਤਾਂ ਕੀ ਬਣੂਗਾ ਉਹ ਵੀ F ਬਣਿਆ F ਤੋਂ ਕੀ ਬਣੀ ਫੈਮਲੀ ਤਾਂ ਥੀਮ ਆਪਣੇ ਕੋਲ ਕੀ ਹੋਇਆ ਫੈਮਲੀਜ਼ ਐਂਡ ਨਿਊ ਟੈਕਨੋਲੋਜੀਜ਼ ਠੀਕ ਹੈ ਜੀ ਫੈਮਲੀ ਐਂਡ ਨਿਊ ਟੈਕਨੋਲੋਜੀ ਦੇਖੋ ਪੇਪਰ ਦੇ ਵਿੱਚ ਆਪਾਂ ਕੋਈ ਪਲੱਸ ਕਰਕੇ ਨਹੀਂ ਦੇਖਣਾ ਜਸਟ ਆਪਣੇ ਮਾਈਂਡ ਦੇ ਵਿੱਚ ਹਿੰਟ ਆ ਜਾਊਗਾ ਇੱਕ ਔਰ ਇੱਕ ਹਿੰਟ ਹੀ ਬਹੁਤ ਕੁਝ ਕਰ ਜਾਂਦਾ ਆਪਣੇ ਪੇਪਰ ਦੇ ਵਿੱਚ ਉਹ ਤੁਹਾਨੂੰ 1 ਨੰਬਰ ਅੱਗੇ ਵੀ ਲੈ ਕੇ ਜਾ ਸਕਦਾ ਹੈ ਅਤੇ ਪਿੱਛੇ ਵੀ ਲੈ ਕੇ ਜਾ ਸਕਦਾ ਹੈ ਨੈਕਸਟ 16th of May 16 ਮਈ ਨੂੰ ਇੰਟਰਨੈਸ਼ਨਲ ਡੇ ਆਫ ਲਾਈਟ ਬੇਸਿਕਲੀ ਇਸ ਦਿਨ ਕੀ ਹੈ ਲੇਜ਼ਰ ਜਿਹੜਾ ਦੀ ਖੋਜ ਕੀਤੀ ਗਈ ਸੀ ਸਕਸੈਸਫੁਲ ਹੋਈ ਸੀ ਲੇਜ਼ਰ ਦੀ ਤਾਂ ਕਰਕੇ ਜਿਹੜਾ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ ਐਨੀਵਰਸਰੀ ਸੀਗੀ ਜਸਟ ਇੰਨੀ ਚੀਜ਼ ਯਾਦ ਰੱਖਣੀ ਹੈ ਠੀਕ ਹਾਂਜੀ ਨੈਕਸਟ 17 ਤੋਂ 23 ਮਈ ਤੱਕ ਇੱਕ ਬੇਸਿਕਲੀ ਪੂਰਾ ਵੀਕ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ 17 ਤੋਂ 23 ਤੱਕ ਤਾਂ ਉਹਨੂੰ ਕੀ ਕਹਿੰਦੇ ਆ ਯੂਨਾਈਟਿਡ ਨੇਸ਼ਨ ਗਲੋਬਲ ਰੋਡ ਸੇਫਟੀ ਵੀਕ ਰੋਡ 'ਤੇ ਚੱਲਣ 'ਤੇ ਨਾਲ ਕੀ ਹੈ ਹਫ਼ਤਾ ਜਿਹੜਾ ਉਹਦੀ ਸੇਫਟੀ ਦੇ ਨਾਲ ਜਿਹੜਾ ਬੇਸਿਕਲੀ ਅਵੇਅਰਨੈਸ ਦੇਣ ਦੇ ਲਈ ਲੋਕਾਂ ਨੂੰ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ 17 ਤੋਂ 23 ਮਈ ਤੱਕ ਠੀਕ ਹੈ ਤਾਂ ਇਹਦਾ ਜਿਹੜਾ ਥੀਮ ਸੀ ਸਟਰੀਟਸ ਫॉर ਲਾਈਫ ਲਵ 30 ਮਤਲਬ 30 ਦੀ ਸਪੀਡ 'ਤੇ ਚੱਲੋ ਅਤੇ ਆਪਣੀ ਜਿਹੜੀ ਲਾਈਫ ਨੂੰ ਬੇਸਿਕਲੀ ਸੇਫ ਰੱਖੋ ਠੀਕ ਨੈਕਸਟ 17 ਮਈ ਨੂੰ ਇੱਕ ਇਕੱਲਾ 17 ਮਈ ਦੀ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਡੇ ਸੈਲੀਬ੍ਰੇਟ ਕੀਤਾ ਜਾਂਦਾ ਬੇਸਿਕਲੀ ਇਹਦੇ ਵਿੱਚ ਜਿਹੜਾ ਇੰਪੋਰਟੈਂਟ ਹੈ ਉਹ ਵਰਲਡ ਟੈਲੀਕਮਿਊਨੀਕੇਸ਼ਨ ਡੇ ਇੰਪੋਰਟੈਂਟ ਹੈ ਇਹਦੇ ਤੋਂ ਬਿਨਾਂ ਇਨਫੋਰਮੇਸ਼ਨ ਐਂਡ ਸੁਸਾਇਟੀ ਡੇ ਵਰਲਡ ਹਾਈਪਰਟੈਂਸ਼ਨ ਡੇ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈ ਬਟ ਇੱਕ ਵਾਰੀ ਨੋਟ ਕਰ ਲਓ ਪੇਪਰ ਦੇ ਵਿੱਚ ਹੋ ਸਕਦਾ ਆਪਣੇ
ਕਿਤੋਂ ਵੀ ਕੁਐਸਚਨ ਆ ਸਕਦਾ ਹੈ, ਤਾਂ ਉਦੋਂ ਆਪਾਂ ਨੂੰ ਇਹ ਨਾ ਹੋਵੇ ਕਿ ਆਪਾਂ ਪੜ੍ਹਿਆ ਨਹੀਂ ਹੋਇਆ। ਤਾਂ ਇਹਦਾ ਜਿਹੜਾ ਥੀਮ ਸੀ ਐਸਲੇਟਿੰਗ ਡਿਜੀਟਲ ਟਰਾਂਸਫੋਰਮੇਸ਼ਨ ਇਨ ਚੈਲੰਜਿੰਗ ਟਾਈਮਸ। ਅੱਜ ਦੇ ਆਪਾਂ ਕੀ ਕਰ ਰਹੇ ਹਾਂ, ਡਿਜੀਟਲ ਟਰਾਂਸਫੋਰਮ ਕਰ ਰਹੇ ਹਾਂ ਆਪਣੀ ਟੈਕਨੋਲੋਜੀ, ਹੈ ਨਾ। ਹੌਲੀ ਹੌਲੀ ਆਪਾਂ ਕੀ ਡਿਜੀਟਾਈਜੇਸ਼ਨ ਦੇ ਵਿੱਚ ਜਾ ਰਹੇ ਹਾਂ। ਹੁਣ ਵੀ ਆਪਾਂ ਡਿਜੀਟਲ ਹੈਲਪ ਦੇ ਨਾਲ ਹੀ ਪੜ੍ਹ ਰਹੇ ਹਾਂ। ਮੇਰਾ ਲੈਕਚਰ ਤੁਹਾਡੇ ਤੱਕ ਕਨਵੇ ਹੋ ਰਿਹਾ ਹੈ, ਠੀਕ ਹੈ ਜੀ। ਨੈਕਸਟ 18 ਮਈ ਨੂੰ ਡੇ ਕਿਹੜਾ ਸੈਲੀਬ੍ਰੇਟ ਕੀਤਾ ਜਾਂਦਾ? ਇੰਟਰਨੈਸ਼ਨਲ ਮਿਊਜ਼ੀਅਮ ਡੇ, ਇੰਟਰਨੈਸ਼ਨਲ ਮਿਊਜ਼ੀਅਮ ਡੇ। ਨੈਕਸਟ ਇਹਦਾ ਜਿਹੜਾ ਥੀਮ ਹੈ ਇੰਟਰਨੈਸ਼ਨਲ ਮਿਊਜ਼ੀਅਮ ਡੇ ਦਾ, ਦ ਫਿਊਚਰ ਆਫ ਮਿਊਜ਼ੀਅਮਸ ਰਿਕਵਰ ਐਂਡ ਰੀਇਮੇਜਿਨ। ਦ ਫਿਊਚਰ ਆਫ ਮਿਊਜ਼ੀਅਮਸ ਰਿਕਵਰ ਐਂਡ ਰੀਇਮੇਜਿਨ। ਨੈਕਸਟ ਮਈ 20, ਇਹਨੂੰ ਆਪਾਂ ਕੀ ਬੋਲਦੇ ਹਾਂ? ਵੀ ਬੋਲਦੇ ਹਾਂ, ਅਤੇ ਵੈਸੇ ਜਿਹੜੇ ਕਈ ਲੋਕ ਇਹਨੂੰ ਬੀ ਬੋਲਦੇ ਆ, ਬੀ, ਹੈ ਨਾ। ਜਾਂ ਹਿੰਦੀ ਦੇ ਵਿੱਚ ਗੱਲ ਕਰੋ ਤਾਂ ਇਹਨੂੰ ਕਿਵੇਂ ਲਿਖਾਂਗੇ ਆਪਾਂ? 20 ਬੋਲਦੇ ਹਾਂ, ਵੀ ਨੂੰ ਕੀ ਬੋਲਦੇ ਹਾਂ? 20। ਤਾਂ ਵਰਡ ਸਾਊਂਡ ਕਿਹਦੀ ਆ ਰਹੀ ਹੈ? ਬੀ ਦੀ। ਤਾਂ ਡੇ ਕਿਹੜਾ ਹੈ? ਵਰਲਡ ਬੀ ਡੇ। ਬੀ ਮਧੂਮੱਖੀ ਦੇ ਨਾਮ 'ਤੇ ਹੈ, ਠੀਕ ਹੈ ਜੀ। ਇਹਦਾ ਜਿਹੜਾ ਥੀਮ ਹੈਗਾ ਸੀ ਉਹ ਵੀ ਬੀ ਦੇ ਬੇਸ 'ਤੇ ਹੀ ਹੈ, ਬੀ ਐਨਗੇਜਡ ਲੈਟਸ ਬਿਲਡ ਬੈਕ ਬੈਟਰ ਫੋਰ ਬੀਸ, ਇਹਦਾ ਥੀਮ, ਠੀਕ ਹੈ ਜੀ। ਕੁਝ ਕੁ ਡੇਜ਼ ਦੀਆਂ ਤਾਂ ਹਿੰਟ ਬਣ ਜਾਂਦੀ, ਆਪਣੇ ਕੋਲ ਟ੍ਰਿਕਸ ਬਣ ਜਾਂਦੀਆਂ। ਜਿਹੜੇ ਨਹੀਂ ਬਣਦੇ ਉਹ ਆਪਾਂ ਨੂੰ ਐਜ਼ ਇਟ ਇਜ਼ ਯਾਦ ਰੱਖਣੇ ਪੈਣਗੇ। ਨੈਕਸਟ ਹਾਂਜੀ 21 ਆਫ ਮਈ, 21 ਮਈ ਨੂੰ ਜਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਲਓ ਜੀ, ਸਭ ਤੋਂ ਇੰਪੋਰਟੈਂਟ ਡੇ, ਇੰਪੋਰਟੈਂਟ ਕਹਿ ਲਓ ਜਾਂ ਫੇਮਸ ਡੇ, ਇੰਟਰਨੈਸ਼ਨਲ ਟੀ ਡੇ। ਚਾਹ, ਕਿਹੜਾ ਪਰਸਨ ਚਾਹ ਦੇ ਸ਼ੌਕੀਨ ਹੈਗੇ ਆ ਉਹਨਾਂ ਨੂੰ ਤਾਂ ਯਾਦ ਰਹੂਗਾ ਇਹ, ਹੈ ਨਾ। ਤਾਂ ਥੀਮ ਇਹਦਾ ਕੀ ਸੀ? ਟੀ ਐਂਡ ਫੇਅਰ ਟਰੇਡ, ਟੀ ਐਂਡ ਫੇਅਰ ਟਰੇਡ। ਚਾਹ ਪੀਓ ਅਤੇ ਕੰਮ ਕਰੋ, ਵਪਾਰ ਕਰੋ। ਵਪਾਰੀ ਇਹੀ ਕਰਦੇ ਨਾ, ਨਾਲ ਨਾਲ ਚਾਹ ਪੀ ਜਾਂਦੇ ਹੁੰਦੇ ਆ, ਨਾਲ ਨਾਲ ਵਪਾਰ ਚੱਲੀ ਜਾਂਦਾ, ਨਾਲ ਨਾਲ ਕੰਮ ਚੱਲੀ ਜਾਂਦਾ। ਨੈਕਸਟ ਅੱਛਾ 21 ਮਈ ਨੂੰ ਹੋਰ ਕਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ? ਇਹ ਕਾਫੀ ਇੰਪੋਰਟੈਂਟ ਹੈ ਜੀ। ਨੈਕਸਟ ਜਿਹੜਾ ਡੇ ਆਪਾਂ, ਕਾਫੀ ਇੰਪੋਰਟੈਂਟ ਹੈ ਵਾਲਾ, ਨੈਸ਼ਨਲ ਐਂਟੀ ਟੈਰਰਿਜ਼ਮ ਡੇ, ਨੈਸ਼ਨਲ ਐਂਟੀ ਟੈਰਰਿਜ਼ਮ ਡੇ। ਕਿਉਂ ਐਂਟੀ ਟੈਰਰਿਜ਼ਮ ਡੇ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ? ਕਿਉਂਕਿ ਇਸ ਦਿਨ ਡੈਥ ਐਨੀਵਰਸਰੀ ਹੁੰਦੀ ਹੈ, ਯਾਦ ਰੱਖਿਓ, ਰਾਜੀਵ ਗਾਂਧੀ ਜੀ ਦੀ, ਠੀਕ ਹੈ ਜੀ। 1991 ਦੇ ਵਿੱਚ ਇਹ ਆਪਾਂ ਡੇ ਸੈਲੀਬ੍ਰੇਟ ਕਰਨਾ ਸਟਾਰਟ ਕੀਤਾ ਸੀ। ਇਸੇ ਦਿਨ ਹੀ ਬੇਸਿਕਲੀ ਕੀ ਹੈ, ਤੀਜਾ ਜਿਹੜਾ ਫਰਾਈਡੇ ਹੋਊਗਾ, 3rd ਫਰਾਈਡੇ ਮਈ ਦੇ ਮੰਥ ਦਾ, ਤਾਂ ਇਸ ਦਿਨ ਹੀ ਆਪਾਂ ਕੀ ਸੈਲੀਬ੍ਰੇਟ ਕਰਦੇ ਹਾਂ। ਔਰ ਇਸ ਵਾਰੀ ਜਿਹੜਾ ਤੀਜਾ ਫਰਾਈਡੇ ਆਇਆ ਸੀ ਉਹ 21 ਮਈ ਨੂੰ ਆਇਆ ਸੀ, ਨੈਸ਼ਨਲ ਐਂਡੇਂਜਰਡ ਸਪੀਸੀਜ਼ ਡੇ, ਠੀਕ ਹੈ ਜੀ। ਜਿਹੜੀਆਂ ਸਪੀਸੀਜ਼ ਡੇਂਜਰ ਦੇ ਵਿੱਚ ਹੈਗੀਆਂ ਉਹਨਾਂ ਦੀ ਮੈਮੋਰੇਸ਼ਨ ਦੇ ਲਈ, ਉਹਨਾਂ ਦੀ ਅਵੇਅਰਨੈਸ ਦੇ ਲਈ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਨੈਕਸਟ May 22, ਇੰਟਰਨੈਸ਼ਨਲ ਡੇ ਫੋਰ ਬਾਇਓਲੋਜੀਕਲ ਡਾਇਵਰਸਿਟੀ। ਬਾਇਓਲੋਜੀਕਲ ਡਾਇਵਰਸਿਟੀ ਕਿਹੜੀ ਹੁੰਦੀ ਹੈ? ਬਾਇਓਲੋਜੀਕਲ ਡਾਇਵਰਸਿਟੀ ਦਾ ਮਤਲਬ ਹੁੰਦਾ ਵੀ ਇੱਕ ਹੀ ਜਗ੍ਹਾ 'ਤੇ ਅਲੱਗ-ਅਲੱਗ ਵਰਾਇਟੀਆਂ ਐਨੀਮਲਸ ਦੀਆਂ, ਪੰਛੀਆਂ ਦੀਆਂ, ਠੀਕ ਹੈ। ਤਾਂ ਉਹ ਜਿਹੜੀਆਂ ਐਨੀਮਲਸ ਇੱਕ ਹੀ ਜਗ੍ਹਾ 'ਤੇ ਪਾਈਆਂ ਜਾਂਦੀਆਂ ਉਹਨੂੰ ਬੋਲਦੇ ਹਾਂ ਆਪਾਂ ਡਾਇਵਰਸਿਟੀ, ਬਾਇਓਲੋਜੀਕਲ ਡਾਇਵਰਸਿਟੀ। ਜਿਵੇਂ ਫੋਰ ਐਗਜ਼ਾਮਪਲ ਇੱਕ ਹੀ ਥਾਂ 'ਤੇ 2-4 ਬਿੱਲੀਆਂ ਰਹਿ ਰਹੀਆਂ, 2-4 ਕੁੱਤੇ ਹੈ, ਜਾਂ ਲੌਇਨ ਹੈ ਨਾ, ਸਾਰੇ ਐਨੀਮਲਸ ਜਿਵੇਂ ਇੱਕ ਹੀ ਜੰਗਲ ਦੇ ਵਿੱਚ ਰਹਿ ਰਹੇ ਹੈ, ਤਾਂ ਉਹਨੂੰ ਕਹਿ ਦਿੰਦੇ ਆਪਾਂ ਬਾਇਓਲੋਜੀਕਲ ਡਾਇਵਰਸਿਟੀ। ਤਾਂ ਇਹ ਕਾਫੀ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਿਓ। ਮੈਂ ਵਰਡ ਯੂਜ਼ ਕੀਤਾ 2-4, 2-4, ਉਹਨੂੰ 2-2 ਕਰਕੇ ਯਾਦ ਰੱਖ ਲਓ। ਜਿਵੇਂ 2 ਬਿੱਲੀਆਂ, ਠੀਕ ਹੈ, 2 ਡੋਗ, ਇਸ ਤਰ੍ਹਾਂ 2-2 ਕਰਕੇ ਜਦੋਂ 2-2 ਯਾਦ ਆ ਗਿਆ ਤੁਹਾਡੇ ਮਾਈਂਡ ਦੇ ਵਿੱਚ ਆਟੋਮੈਟਿਕਲੀ ਸਟਰਾਈਕ ਹੋਊਗਾ 2 and 2, 2 ਕੀ ਬਣਿਆ? ਮਈ 22 ਬਾਇਓਲੋਜੀਕਲ ਡਾਇਵਰਸਿਟੀ ਬਣ ਗਿਆ। ਤਾਂ ਇਹਦਾ ਜਿਹੜਾ ਥੀਮ ਸੀ, ਵੀ ਆਰ ਪਾਰਟ ਆਫ ਦਾ ਸਲਿਊਸ਼ਨ ਫੋਰ ਨੇਚਰ, ਆਪਾਂ ਨੇਚਰ ਦਾ ਸਲਿਊਸ਼ਨ ਦਾ ਇੱਕ ਪਾਰਟ ਹੈਗੇ ਹਾਂ। ਨੈਕਸਟ 24 ਆਫ May, ਕਾਮਨਵੈਲਥ ਡੇ। ਕਾਮਨਵੈਲਥ ਡੇ ਡਿਲੀਵਰਿੰਗ, ਕਾਮਨਵੈਲਥ ਡੇ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ? ਮੈਨੂੰ ਤੁਸੀਂ ਦੱਸੋ ਜੀ, ਕਾਮਨਵੈਲਥ ਡੇ ਕਿਉਂ ਸੈਲੀਬ੍ਰੇਟ ਕਰਦੇ ਹਾਂ ਆਪਾਂ? ਇਸ ਵਾਰੀ ਦਾ ਜਿਹੜਾ ਥੀਮ ਸੀ, ਡਿਲੀਵਰਿੰਗ ਅ ਕਾਮਨ ਫਿਊਚਰ ਕਨੈਕਟਿੰਗ ਇਨੋਵੇਟਿੰਗ ਟਰਾਂਸਫਾਰਮਿੰਗ। ਦੇਖੋ ਥੀਮ ਇੱਕ ਵਾਰੀ ਪੜ੍ਹ ਲਓਗੇ, ਪੇਪਰ ਦੇ ਵਿੱਚ ਲਿਖੇ ਹੋਏ ਆ, ਤੁਹਾਨੂੰ ਆਟੋਮੈਟਿਕਲੀ ਮਾਈਂਡ ਦੇ ਵਿੱਚ ਆ ਜਾਊਗਾ ਵੀ ਮੈਂ ਥੀਮ ਇਹ ਇਸ ਡੇ ਦਾ ਪੜ੍ਹਿਆ ਸੀ। ਥੋੜ੍ਹਾ ਜਿਹਾ ਕੋਰਿਲੇਟ ਕਰਕੇ ਪੜ੍ਹ ਲਿਓ ਬਸ, ਬਾਕੀ ਆਪਾਂ ਨੂੰ ਪੇਪਰ 'ਚ ਯਾਦ ਆ ਜਾਊਗਾ 4 ਆਪਸ਼ਨਸ ਦੇਖ ਕੇ। ਹਾਂਜੀ ਲਾਸਟ 2 ਦਿਨ ਹੋਰ ਰਹਿ ਗਏ ਆਪਣੇ ਕੋਲ, 25 May
25 ਮਈ ਨੂੰ ਵਰਲਡ ਥਾਇਰਾਇਡ ਡੇ। ਇਸ ਦਿਨ ਕੀ ਸੀ? ਥਾਇਰਾਇਡ ਡੇ 25 ਮਈ ਨੂੰ ਸੈਲੀਬਰੇਟ ਕੀਤਾ ਜਾਂਦਾ। ਇਹਦਾ ਜਿਹੜਾ ਥੀਮ ਸੀ ਮਦਰ ਬੇਬੀ ਆਇਓਡੀਨ, ਦ ਇੰਪੋਰਟੈਂਸ ਆਫ ਆਇਓਡੀਨ ਔਨ ਦਾ ਵੂਮਨ ਐਂਡ ਹਰ ਬੇਬੀ। ਥਾਇਰਾਇਡ ਕੀ ਇੱਕ ਡਿਜ਼ੀਜ਼ ਹੈ, ਪਤਾ ਹੈ ਨਾ ਆਪਾਂ ਨੂੰ। ਇਹ ਕੀ ਹੈ ਐਕਚੁਅਲੀ, ਇਹਦੇ ਨਾਲ ਕਿ ਆਪਣੀ ਬੋਡੀ ਡਿਸਫੰਕਸ਼ਨ ਹੋ ਜਾਂਦੀ ਹੈ। ਤਾਂ ਇਹ ਜ਼ਿਆਦਾਤਰ ਕਿੰਨਾਂ ਦੇ ਵਿੱਚ ਦੇਖਿਆ ਜਾ ਸਕਦਾ ਵੀ ਜਿਹੜੀਆਂ ਮਦਰਸ ਹੈਗੀਆਂ ਉਹਨਾਂ ਦੇ ਵਿੱਚ ਇਹ ਆਇਓਡੀਨ ਦੀ ਜਦੋਂ ਕਮੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਹੋ ਜਾਂਦਾ ਇਹ ਥਾਇਰਾਇਡ। ਠੀਕ ਹੈ ਜੀ। ਤਾਂ ਉਹਦਾ ਜਿਹੜਾ ਹੁਣ ਥੀਮ ਇੱਥੋਂ ਯਾਦ ਰਹਿ ਜੂਗਾ, ਜੇਕਰ ਆਪਾਂ ਥਾਇਰਾਇਡ ਯਾਦ ਰਹਿ ਗਿਆ ਉਹਦਾ ਜਿਹੜਾ ਥੀਮ ਵੀ ਨਾਲ ਯਾਦ ਰਹਿ ਜੂਗਾ। ਮਦਰ ਬੇਬੀ ਦੇ ਵਿੱਚ, ਮਦਰ ਦੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਮਦਰ ਬੇਬੀ ਆਇਓਡੀਨ। ਨੈਕਸਟ, ਯਾਦ ਕਿਵੇਂ ਰੱਖਣਾ ਹੈ? ਮਾਈਂਡ ਦੇ ਵਿੱਚ ਇੱਕ ਸਟੋਰੀ ਬਣਾ ਲਓ। ਸਟੋਰੀ ਕੀ ਬਣਾਉਣੀ ਹੈ? ਦੇਖੋ ਆਇਓਡੀਨ ਆਪਾਂ ਨੂੰ ਕਿੱਥੋਂ ਮਿਲਦਾ ਹੈ? ਸੋਲਟ ਤੋਂ ਮਿਲਦਾ। ਆਪਾਂ ਨਮਕ ਖਾਂਦੇ ਹਾਂ ਆਇਓਡੀਨ ਵਾਲਾ, ਅਤੇ ਸੋਲਟ ਦਾ ਪੈਕਟ ਕਿੰਨੇ ਦਾ ਆਉਂਦਾ ਹੈ? ਨਮਕ ਦਾ ਪੈਕਟ ਕਿੰਨੇ ਦਾ ਆਉਂਦਾ? 25 ਰੁਪਏ ਦਾ ਆਉਂਦਾ ਜੀ। ਐਵੇਂ ਜਸਟ ਯਾਦ ਕਰਨ ਦੀ ਟ੍ਰਿਕ ਹੈ, ਮੈਨੂੰ ਪਤਾ ਨਹੀਂ ਕਿੰਨੇ ਦਾ ਆਉਂਦਾ, ਤਾਂ ਯਾਦ ਕਰਨ ਦੀ ਟ੍ਰਿਕ ਹੈ ਜਸਟ। ਠੀਕ ਹੈ ਜੀ। ਤਾਂ 25 ਰੁਪਏ ਦਾ ਪੈਕਟ ਹੈ ਨਮਕ ਦਾ, ਉਹਦੇ ਵਿੱਚ ਆਇਓਡੀਨ ਹੁੰਦੀ ਹੈ, ਵਰਲਡ ਥਾਇਰਾਇਡ ਡੇ। ਇਹ ਤੁਹਾਨੂੰ ਸਾਰੀ ਉਮਰ ਦੇ ਲਈ ਯਾਦ ਰਹੂਗਾ ਇਸ ਤਰ੍ਹਾਂ। ਨੈਕਸਟ ਲਾਸਟ 31 ਮਈ ਨੂੰ ਐਂਟੀ ਟੋਬੈਕੋ ਡੇ। ਇਹਨੂੰ ਬੇਸਿਕਲੀ ਕੀ ਹੈ, ਇਹਦਾ ਜਿਹੜਾ ਥੀਮ ਸੀ ਐਂਟੀ ਟੋਬੈਕੋ ਡੇ ਜਿਹੜਾ ਹੈਗਾ, ਉਹਦਾ ਜਿਹੜਾ ਥੀਮ ਸੀ ਕਮਿਟ ਟੂ ਕੁਇਟ, ਕਿ ਆਪਾਂ ਛੱਡਣ ਲਈ ਕਮਿਟਮੈਂਟ ਕਰ ਲਈ ਹੈ। ਜਿਹੜੇ ਪਰਸਨਸ ਟੋਬੈਕੋ ਲੈ ਰਹੇ ਹੈ ਉਹਨਾਂ ਦੇ ਲਈ ਉਹਨਾਂ ਨੂੰ ਕਮਿਟਮੈਂਟ ਕਰਵਾਉਣੀ ਹੈ। ਠੀਕ ਹੈ ਜੀ। ਤਾਂ ਇਸ ਦਿਨ ਹੀ 31 ਮਈ ਨੂੰ ਇਸ ਵਾਰੀ ਜਿਹੜਾ ਡੇ ਇੱਕ ਹੋਰ ਸੈਲੀਬਰੇਟ ਕੀਤਾ ਗਿਆ ਸੀ, ਕਿਉਂਕਿ ਲਾਸਟ ਮੰਡੇ ਆਇਆ ਸੀ 31 ਮਈ ਨੂੰ, ਤਾਂ ਉਦੋਂ ਡੇ ਕਿਹੜਾ ਸੀ? ਨੈਸ਼ਨਲ ਮੈਮੋਰੀਅਲ ਡੇ। ਠੀਕ ਹੈ ਜੀ। ਇਹ ਇੰਪੋਰਟੈਂਟ ਡੇ ਸੀ ਮਈ ਦੇ ਮੰਥ ਦੇ, ਤਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਸੁਣਿਓ। ਲੈਕਚਰ ਦੀ PDF ਟੈਲੀਗ੍ਰਾਮ ਚੈਨਲ ਦੇ ਵਿੱਚ ਹੈਗੀ ਹੈ, ਤੁਸੀਂ ਜਾ ਕੇ ਉੱਥੋਂ ਡਾਊਨਲੋਡ ਕਰਕੇ ਆਪਦੀ ਰਿਵੀਜ਼ਨ ਕਰ ਸਕਦੇ ਹੋ। ਔਰ ਬੈਸਟ ਆਈਡੀਆ ਕੀ ਹੈ ਕਿ ਅਗਰ ਤੁਹਾਨੂੰ ਡੇ ਹਜੇ ਤੱਕ ਨਹੀਂ ਯਾਦ ਹੋਏ ਤਾਂ ਇੱਕ ਵਾਰੀ ਰੀਡਿੰਗ ਲਓ ਔਰ ਘਰ ਦੇ ਆਪਦੇ ਕਿਸੇ ਮੈਂਬਰ ਨੂੰ ਇਹੀ ਡੇ ਸੁਣਾ ਦਿਓ। 1 ਤੋਂ 2 ਵਾਰੀ ਸੁਣਾ ਦਿਓ, ਪੇਪਰ ਦੇ ਵਿੱਚ ਤੁਹਾਨੂੰ ਬੜੀ ਆਸਾਨੀ ਦੇ ਨਾਲ ਇਹ ਯਾਦ ਹੋ ਜਾਣਗੇ, ਆ ਜਾਊਗਾ ਯਾਦ ਡੈਫੀਨੇਟਲੀ। ਥੈਂਕ ਯੂ ਸੋ ਮਚ। ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ, ਔਰ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ। ਠੀਕ ਹੈ ਜੀ। ਥੈਂਕ ਯੂ।